ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਗਾਵਤੇ ਉਦਰੇ ਸੁਣਤੇ ਉਦਰੇ, ਬਿਨ ਸੈ ਪਾਪ ਕਨੇਰੇ। ਪਸ਼ੂ ਪਰੇਤ ਮੁਗਤ ਕੋ ਤਾਰੇ, ਪਾਹਨ ਬਾਰ ਉਤਾਰੇ। ਨਾਨਕ ਦਾਸ ਤੇਰੀ ਸ਼ਰਨਾਈ, ਸਦਾ ਸਦਾ ਬਲਿਹਾਰੇ। ਸਦਾ ਸਦਾ ਬਲਿਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰ ਸਹਿਤ ਬੇਨਤੀ ਹੈ, ਆਪਣੇ ਕੈਮਰੇ ਔਨ ਕਰਕੇ ਬੈਠੋ ਸਾਧ ਸੰਗਤ ਜੀ। ਮਨ ਦੀ ਬਿਰਤੀ ਇਕਾਗਰ ਹੋਵੇ, ਕਿਉਂਕਿ ਜਦੋਂ ਫਤਿਹ ਦੀ ਸਾਂਝ ਹੁੰਦੀ ਹੈ ਤੇ ਉਹਦੇ ਵਿੱਚ ਸਾਰਾ ਕੁਝ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਤੁਸੀਂ ਕਦੀ ਯਾਦ ਕਰੋ, ਕਵੀ ਰਾਜ ਸੰਤੋਖ ਸਿੰਘ ਜੀ ਚੂੜਾਮਣੀ, ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ ਹੈ, ਉਹਦੇ ਵਿੱਚ ਬੜਾ ਸੁੰਦਰ ਉਹ ਕਹਿੰਦੇ ਨੇ, ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਗਨ ਬਿਨਾਸਨ ਸੋਏ। ਕਹਿੰਦੇ ਨੇ ਜਿਹੜਾ ਪਿਆਰ ਵਾਲਾ ਫਤਿਹ ਦੀ ਸਾਂਝ ਕਰੇਗਾ, ਉਹਦੇ ਸਾਰੇ ਦੁੱਖ ਵਿਘਨ ਜਿਹੜੇ ਰਸਤੇ ਵਿੱਚ ਬੰਧਨ ਨੇ ਸਾਰੇ, ਉਹ ਸਭ ਮੁੱਕ ਜਾਣਗੇ। ਤੋ ਫਤਿਹ ਦੀ ਸਾਂਝ ਕਰੋ, ਕੋਈ ਰਸਨਾ ਵਾਂਝੀ ਨਾ ਰਵੇ। ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਸਾਧ ਸੰਗਤ, ਆਰੰਭਤਾ ਹੈ 7 ਸ਼ਬਦ ਨੇ ਸ਼ਬਦ ਹਜ਼ਾਰੇ ਵਿੱਚ। ਜਿਸ ਤਰ੍ਹਾਂ ਅਸੀਂ ਪਿੱਛੇ ਸਾਂਝ ਕਰਕੇ ਆਏ ਹਾਂ, ਸ਼ਬਦ ਹਜ਼ਾਰੇ ਭਾਵ ਕਿ ਜਿਹੜਾ ਇਸ ਦਾ ਪਾਠ ਕਰਦਾ ਹੈ, ਉਹਨੂੰ ਹਜ਼ਾਰਾਂ ਸ਼ਬਦਾਂ ਦਾ ਲਾਭ ਪ੍ਰਾਪਤ ਹੁੰਦਾ ਹੈ। ਸੋ ਕੋਸ਼ਿਸ਼ ਕਰੋ ਆਪਣੇ ਘਰਾਂ ਦੇ ਵਿੱਚ, ਜਿੱਥੇ ਇਹ ਬਾਣੀਆਂ ਪੜ੍ਹਦੇ ਹੋ, ਉੱਥੇ ਅਭਿਆਸ ਦੇ ਤੌਰ 'ਤੇ ਹੋਮਵਰਕ ਸਮਝ ਕੇ ਸ਼ਬਦ ਹਜ਼ਾਰੇ ਦਾ ਪਾਠ ਜ਼ਰੂਰ ਕਰਿਆ ਕਰੋ। 7 ਸ਼ਬਦ ਨੇ। ਇੱਕ ਸ਼ਬਦ ਮੇਰੇ ਸੱਚੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਅਤੇ 6 ਸ਼ਬਦ ਗੁਰੂ ਨਾਨਕ ਪਾਤਸ਼ਾਹ ਦੇ ਨੇ, ਅਤੇ 5ਵਾਂ ਅੱਜ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਦੇ ਦਾ, ਅਤੇ ਟੋਟਲ ਲਾਈਏ ਤਾਂ ਅੱਜ 6ਵਾਂ ਹੈ, ਅਤੇ ਅਗਲੇ ਹਫਤੇ ਫਿਰ ਸਮਾਪਤੀ 7ਵਾਂ ਸ਼ਬਦ ਹੈ। ਸੋ ਆਓ, ਗੁਰੂ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਇਸ ਸ਼ਬਦ ਵਿੱਚ ਕੀ ਬਖਸ਼ਿਸ਼ ਕਰਦੇ ਨੇ। ਪਿਆਰ ਨਾਲ ਆਖੋ ਇੱਕ ਵਾਰੀ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੰਗਲਾ ਚਰਨ ਹੈ, ਮੂਲ ਮੰਤਰ ਹੈ। ਇਹ ਮਹਾਰਾਜ ਦੀ ਇੱਕ ਵਿਲੱਖਣਾ ਹੈ ਕਿ ਕੋਈ ਵੀ ਰਾਗ ਨੂੰ ਆਰੰਭ ਕਰਨਾ ਹੈ ਤੇ ਉਸ ਪਰਮਾਤਮਾ ਦੀ ਓਟ ਆਸਰਾ ਲੈ ਕੇ, ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕੋਈ ਵੀ ਬਾਣੀ ਉਚਾਰਦੇ ਨੇ, ਅਤੇ ਉਹਨਾਂ ਦਾ ਵੀ ਇੱਕ ਕਹਿ ਲਓ ਤਕੀਆ ਕਲਾਮ ਕਹਿ ਲਓ ਜਿਸ ਤਰ੍ਹਾਂ, ਜਾਂ ਪਰਮਾਤਮਾ ਨੂੰ ਪਹਿਲਾਂ ਉਹਦੀ ਬਖਸ਼ਿਸ਼ ਦੇ ਸਦਕੇ ਕਹਿੰਦੇ ਨਾ, ਇੱਕ ਓੰਕਾਰ
ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਕਹੀਦਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਬਾਣੀ ਵਿੱਚ ਲਿਖਦੇ ਨੇ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਵੀ ਕੋਈ ਵੀ ਰਾਗ ਆਰੰਭ ਕਰਦੇ ਨੇ, ਇਹ ਰਾਗ ਦੀ ਪੂਰੀ ਸੰਪੂਰਤਾ 33 ਵਾਰ ਆਈ ਹੈ। ਤੋ ਇਹਦਾ ਭਾਵ ਹੈ ਕਿ ਗੁਰੂ ਮਹਾਰਾਜ ਕੋਈ ਨਵਾਂ ਰਾਗ ਸ਼ੁਰੂ ਕਰ ਰਹੇ ਨੇ ਤਾਂ ਉਸ ਪਰਮਾਤਮਾ ਨੂੰ ਪਹਿਲਾਂ ਚੇਤੇ ਰੱਖ ਕੇ, ਬੜੀ ਵੱਡੀ ਸਾਨੂੰ ਇੱਕ ਸੇਧ ਇਹਦੇ ਵਿੱਚ ਕਿ ਪਰਮਾਤਮਾ ਨੇ ਤੁਹਾਨੂੰ ਕੋਈ ਵੀ ਨਵੀਂ ਦਾਤ, ਨਵੀਂ ਚੀਜ਼, ਕੋਈ ਵੀ ਬਖਸ਼ਿਸ਼ ਕੀਤੀ ਹੈ ਕਿਸੇ ਪੱਖੋਂ ਵੀ, ਭਾਵੇਂ ਸੰਸਾਰਿਕ ਤੌਰ 'ਤੇ ਭਾਵੇਂ ਅਧਿਆਤਮਿਕ ਤੌਰ 'ਤੇ ਦਿੱਤੀ ਕਿੰਨੇ ਵੇਂ? ਉਸ ਪਰਮਾਤਮਾ ਨੇ। ਤਾਂ ਸਭ ਤੋਂ ਪਹਿਲਾਂ ਅਸੀਂ ਉਸ ਪਰਮਾਤਮਾ ਦਾ ਥੈਂਕਸ ਕਰੀਏ, ਧੰਨਵਾਦ ਕਰੀਏ ਕਿ ਰੱਬ ਜੀ ਤੁਹਾਡਾ ਧੰਨਵਾਦ ਹੈ। ਧੰਨਵਾਦ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਉਹਦੇ ਗੁਣ ਗਾਈਏ। ਤਾਂ ਮਹਾਰਾਜ ਇਸ ਮੂਲ ਮੰਤਰ ਵਿੱਚ ਮੈਂ ਟੂਕ ਮਾਤਰ ਕਹਿ ਕੇ ਚੱਲਾਂਗਾ, ਕਿਉਂਕਿ ਕਈ ਵਾਰੀ ਅਸੀਂ ਇਸ ਦੀ ਖੋਲ੍ਹ ਕੇ ਵਿਚਾਰ ਅਸੀਂ ਸਾਂਝ ਕੀਤੀ ਹੈ। ਤਾਂ ਮਹਾਰਾਜ ਕਹਿੰਦੇ ਨੇ ਇੱਕ ਓੰਕਾਰ, ਪਰਮਾਤਮਾ ਇੱਕ ਹੈ, ਉਹਦਾ ਕੋਈ ਆਕਾਰ ਨਹੀਂ ਹੈ, ਉਹ ਸਰਬ ਵਿਆਪਕ ਹੈ, ਹਰ ਜਗ੍ਹਾ 'ਤੇ ਹੈ, ਉਹਦਾ ਇੱਕੋ ਹੀ ਰੂਪ ਹੈ। ਓਮ ਪਹਿਲਾਂ ਸੀ, ਦੁਨੀਆ ਦੇ ਲੋਕ 3 ਸਮਝਦੇ ਸਨ ਕਿ 3 ਦੇਵੀ ਦੇਵਤੇ ਚਲਾ ਰਹੇ ਨੇ। ਮਹਾਰਾਜ ਕਹਿੰਦੇ ਨਹੀਂ, ਚਲਾਉਣ ਵਾਲਾ ਉਹ ਏਕਾ ਹੀ ਹੈ, ਇੱਕ ਹੀ ਹੈ। ਇੱਕ ਤੋਂ ਹੀ ਆਰੰਭ ਹੁਣ ਗੱਲ ਸ਼ੁਰੂ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਇੱਕ ਹੈ ਜੋ ਜ਼ਰੇ ਜ਼ਰੇ ਵਿੱਚ ਹੈ, ਉਹਦਾ ਕੋਈ ਰੂਪ ਆਕਾਰ ਨਹੀਂ ਹੈ। ਸਤਨਾਮ, ਇਹ ਸੰਸਕ੍ਰਿਤ ਦਾ ਸਤ ਤੋਂ ਭਾਵ ਸੱਤੇ ਵੀ ਹੈ, ਪਰ ਸਤ ਦਾ ਮਤਲਬ ਇਹੋ ਹੀ ਹੈ ਕਿ ਉਹ ਸਦਾ ਰਹਿਣਾ ਹੈ, ਸੱਚ ਸਦਾ ਰਹਿੰਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਉਸ ਦਾ ਨਾਮ ਹੈ ਜਿਹੜਾ, ਉਹ ਸਦਾ ਹੀ ਸੱਚ ਹੈ, ਸਦਾ ਰਹਿਣ ਵਾਲਾ ਹੈ। ਦੁਨੀਆ ਦੇ ਨਾਮ ਖਤਮ ਹੋ ਜਾਣਗੇ ਪਰ ਪਰਮਾਤਮਾ ਤੁਹਾਡਾ ਨਾਮ ਸਦਾ ਰਹੇਗਾ। ਕਰਤਾ ਪੁਰਖ, ਉਹ ਕਰਤਾ ਹੈ, ਕ੍ਰੀਏਟਰ ਹੈ, ਬਣਾ ਰਿਹਾ ਹੈ ਇਹ ਸਾਰੀ ਧਰਤੀ ਨੂੰ। ਜੋ ਕੁਝ ਤੁਸੀਂ ਦੇਖ ਰਹੇ ਹੋ ਉਹ ਬਣਾਉਣ ਵਾਲਾ ਹੈ, ਉਹ ਜਨਮ ਦਾਤਾ ਹੈ। ਤਾਂ ਮਹਾਰਾਜ ਕਹਿੰਦੇ ਨੇ ਪੁਰਖ ਮੀਨਸ ਉਹ ਵਿੱਚ ਸਮਾਇਆ ਹੋਇਆ ਹੈ, ਉਹ ਐਸਾ ਕ੍ਰੀਏਟਰ ਹੈ, ਕੋਈ ਚੀਜ਼ ਬਣਾ ਕੇ ਪਾਸੇ ਨਹੀਂ ਹੋਇਆ, ਉਸ ਦੇ ਵਿੱਚ ਹੀ ਵਰਤ ਰਿਹਾ ਹੈ। ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਜਨਮ ਤੇ ਆਪਣੇ ਕੋਲੋਂ ਦਿੰਦੀ ਹੈ, ਪਰ ਸਮਾਂ ਪਾ ਕੇ ਜਦ ਬੱਚਾ ਸੰਸਾਰ ਵਿੱਚ ਆਉਂਦਾ ਹੈ ਤੇ ਉਹਦਾ ਲਿੰਕ ਟੁੱਟ ਜਾਂਦਾ ਹੈ। ਕਿਉਂ? ਕਿਉਂਕਿ ਉਹ ਆਪਣੀ ਖੇਡ ਖੇਡਦਾ, ਉਹ ਆਪਣੀ ਖੇਡ ਕੱਢਦਾ ਹੈ। ਪਰ ਪਰਮਾਤਮਾ ਇਸ ਤਰ੍ਹਾਂ ਦਾ ਨਹੀਂ ਹੈ। ਪਰਮਾਤਮਾ ਸਾਨੂੰ ਜਨਮ ਤੇ ਜ਼ਰੂਰ ਦਿੰਦਾ ਹੈ, ਪਰ ਆਪ ਵਿੱਚ ਸਮਾਇਆ ਰਹਿੰਦਾ ਹੈ, ਵਿੱਚ ਧਰਤੀ ਦੇ ਵਿੱਚ, ਜਰੇ ਜ਼ਰੇ ਵਿੱਚ, ਹਰ ਜੀਵ ਜੰਤੂ ਦੇ ਵਿੱਚ। ਜਿੱਥੇ ਜਿੱਥੇ ਪਰਮਾਤਮਾ ਦੀ ਜੋਤ ਹੈ, ਉਹ ਪਰਮਾਤਮਾ, ਉਹ ਪੁਰਖ ਹੈ, ਵਸਿਆ ਹੋਇਆ ਵੇ, ਉਹ ਹਰ ਇੱਕ 'ਚ। ਕੋਈ ਇਹ ਨਾ ਕਿ ਮੇਰੇ 'ਚ ਨਹੀਂ ਹੈ, ਜੇ ਉਹਦੇ 'ਚ ਨਹੀਂ ਹੈ ਤਾਂ ਮੁਰਦਾ ਹੈ ਫਿਰ ਤੇ। ਇਹਦਾ ਮਤਲਬ ਹੈ ਜੋ ਕੁਛ ਵੀ ਹੈ ਪਰਮਾਤਮਾ ਹੀ ਹੈ, ਉਹ ਕਰਤਾ ਪੁਰਖ ਹੈ। ਨਿਰਭਉ, ਉਹਦੀ ਵੱਡੀ ਖਾਸੀਅਤ ਹੈ, ਉਹ ਭਉ ਤੋਂ ਰਹਿਤ ਹੈ, ਉਹਨੂੰ ਕੋਈ ਡਰ ਨਹੀਂ ਹੈ, ਕਿਉਂਕਿ ਉਹ ਸੱਚ ਹੈ ਤੇ ਸੱਚ ਕਦੀ ਡਰਦਾ ਨਹੀਂ ਹੈ। ਨਿਰਵੈਰ, ਜਿਹਦਾ ਕੋਈ ਡਰੇਗਾ ਨਹੀਂ ਤੇ ਉਹਦਾ ਵੈਰ ਵੀ ਨਹੀਂ ਹੋਏਗਾ ਕਿਸੇ ਨਾਲ। ਤੇ ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ। ਸਾਡਾ ਕਿਸੇ ਨਾ ਕਿਸੇ ਦੇ ਨਾਲ ਵੈਰ ਹੁੰਦਾ ਹੈ, ਵੀ ਫਲਾਣਾ ਇਹ ਮੈਨੂੰ ਚੰਗਾ ਨਹੀਂ ਲੱਗਦਾ, ਇਹ ਨਹੀਂ ਲੱਗਦਾ। ਪਰ ਪਰਮਾਤਮਾ ਨਹੀਂ, ਉਹ ਹਰ ਇੱਕ ਬੱਚੇ ਨੂੰ, ਹਰ ਇੱਕ ਨੂੰ, ਆਪਣੇ ਜੀਵ ਜੰਤੂ ਨੂੰ ਸਭ ਨਾਲ ਪਿਆਰ ਕਰਦਾ, ਉਹ ਵੈਰ ਤੋਂ ਰਹਿਤ ਹੈ। ਅਕਾਲ ਮੂਰਤ, ਮੂਰਤ ਉਹਦੀ ਹਸਤੀ, ਅਕਾਲ ਹੈ, ਕਾਲ ਤੋਂ ਰਹਿਤ ਹੈ। ਅਕਾਲ ਹੁੰਦਾ ਮੌਤ, ਸਮਾਂ, ਤੇ ਅਕਾਲ ਐੜਾ ਲੱਗ ਗਿਆ। ਮਹਾਰਾਜ ਕਹਿੰਦੇ ਨੇ ਉਹਦੀ ਮੌਤ ਤੋਂ ਪਰੇ ਹੈ, ਉਹ ਮੌਤ ਬਣਾਉਣ ਵਾਲਾ ਹੈ। ਸਾਡੀ ਤੁਹਾਡੀ ਸਭ ਦੀ ਮੌਤ ਹੋਣੀ ਹੈ, ਸਭਨਾ ਮਰਨਾ ਆਇਆ, ਵਿਛੋੜਾ ਸਭਨਾ, ਸਭ ਨੇ ਇੱਕ ਦਿਨ ਅਸੀਂ ਜਾਣਾ ਹੈ। ਪਰ ਪਰਮਾਤਮਾ ਅਕਾਲ ਹੈ, ਉਹਨੇ ਮੌਤ ਬਣਾਈ ਹੈ, ਉਹ ਨਹੀਂ ਮਰ ਸਕਦਾ ਕਦੀ। ਉਹਦੀ ਹਸਤੀ ਐਸੀ ਹੈ, ਕਾਲ ਤੋਂ ਰਹਿਤ ਹੈ। ਕਾਲ ਉਹਦੇ ਵਸ 'ਚ ਨੇ, ਪਰਮਾਤਮਾ ਵਸ 'ਚ ਨਹੀਂ ਹੈ। ਅਸੀਂ ਕਾਲ ਦੇ ਵਸ ਹਾਂ। ਜਦੋਂ ਕਾਲ ਆ ਗਿਆ, ਮੌਤ ਆ ਗਈ, ਸਮਾਂ ਆ ਗਿਆ, ਸਾਨੂੰ ਇੱਥੇ ਜੋ ਅਸੀਂ ਖਿਲਾਰੇ ਪਾਏ ਨੇ ਸਭ ਕੁਝ ਛੱਡ ਕੇ ਜਾਣਾ ਪੈਣਾ ਹੈ। ਤੇ ਜਿਹੜੇ ਸਿਆਣੇ ਹੁੰਦੇ ਨੇ, ਜਿਨ੍ਹਾਂ ਨੂੰ ਪਤਾ ਅਸੀਂ ਛੱਡ ਕੇ ਚਲੇ ਹੀ ਜਾਣੇ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਉਹ ਖਿਲਾਰੇ ਨਹੀਂ ਪਾਉਂਦਾ। ਉਹਨੂੰ ਪਤਾ ਮੈਂ ਇੱਥੋਂ ਚਲੇ ਹੀ ਜਾਣਾ। ਉਹਨੇ ਸਮਾਨ ਓਨਾ ਹੀ ਇਕੱਠਾ, ਓਨੇ ਹੀ ਖਿਲਾਰੇ ਪਾਏ ਹੁੰਦੇ ਨੇ ਕਿ ਜਾਣ ਵਕਤ ਉਹਦਾ ਧਿਆਨ ਪਿੱਛੇ ਨਾ ਹੋਵੇ। ਤੋ ਪਰਮਾਤਮਾ ਉਹ ਅਕਾਲ ਮੂਰਤ ਹੈ, ਉਹਦੀ ਜਿਹੜੀ ਮੂਰਤ ਹਸਤੀ ਹੈ ਉਹ ਕਾਲ ਤੋਂ ਰਹਿਤ ਹੈ। ਅਜੂਨੀ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਕਿਉਂਕਿ ਉਹ ਜਨਮ ਹੀ ਨਹੀਂ ਹੈ, ਜੰਮਿਆ ਹੀ ਨਹੀਂ, ਅਜਨਮੰਗ ਹੈ,
ना पोतरे ना पुत्रे ना सत्रै ना मित्रै ना तातै ना माते। जे वो जूना विच हुंदा उहदी मां हुंदी, जे मां हुंदी ते फिर उहदी पुत्तर भी हुंदा। भाव कि परमात्मा जूना तो रहते वो जूना विच नहीं आउंदा। असी जूना भुगत रहे हाँ, ये साडी कर्म जूनी है, असी इत्थे कर्म भोगन आए हाँ। तो इस करके असी जूनिया दे विचों होंदे होए आए अनक जन्म भ्रम सरनी, उधर दे अंधकूप ते लावो अपनी चरनी। तो महाराज कहते ने परमात्मा नूं मैं जद वेखना वा वो जूना तो रहत है। सैभंग वो सुते से प्रकाश है, उन्होंने बनाया नहीं किसी ने, अपने आप तो प्रगट होया है। असी माता पिता तो पैदा होए हैं, परमात्मा किसी तो पैदा नहीं होया। परमात्मा नूं कोई पैदा करने वाला है ही नहीं। परमात्मा तू आपे ही आप है, आप कारण किया, तू आपे आप निरंकार है, कोवर ना बिया, तू आप ही है, अपने विचों ही आप पैदा होया है। हाँ, उन्हें एक माया जरूर पैदा की है, पर परमात्मा आप ही है। वो सैभंग अपने आप तो प्रकाशमान है। पर ये 8 गुण ने परमात्मा दे। पर कोई सवाल करे ये प्राप्त किवें होएगा, तो गुरु साहब कहते हैं गुर प्रसाद, वो गुरु की कृपा तो बिना ये प्राप्त नहीं होना। तो ये मंगलाचरण मूल मंत्र है, जो साडा मूल है, साडा बीज है। असी इसनूं हमेशा चलते फिरते टुरदे इसका गायन जरूर करते रहा करो, क्योंकि इनू गाना यही हूँ गुरु साहब अज की कह रहे ने। राग बिलावल महला पहला, इनू एवं उच्चारण करना है, राग बिलावल महला पहला, एवं नहीं पढ़ना राग बिलावल महला पहला, नहीं। फिर ध्यान दो, कभी भी बाणी पढ़ो राग वखरा महला वखरा, थोड़ा जा अर्ध विश्राम दे के राग बिलावल महला पहला। ਇਹਦਾ मतलब है राग है ਜਿਹੜਾ बिलावल है, तो महला शरीर कितों आ रही आवाज़, पहले गुरु नानक पातशाह दे रसना तो उन्होंने कलम बंद ये शब्द है। चौपदे ये पहले ही महाराज ने दस दिता है, ये 4 पदियां वाला शब्द है। 1 पदे भी है, 2 पदे, 30 पदे, चौपदे, 5 पदे, ये सारे फिर अष्टपदियां जिहड़ी सुमणीस है। पर ये 4 पदियां वाला रहाओ का बंद वखरा है। इट मीनस 5 इस पद होणगे, 4 चौपदे ते 1 रहाओ वाला, जिदे सहारे ये रहाओ वाली पंक्ति दे विच वो अलग है। घर पहला ये कीर्तन दे नाल संगीत दे नाल संबंधित है। घर पहला, दूजा, तीजा, 12वां, चौथा, 14वां, 15वां, 17 घर आते हैं गुरबाणी विच। कदी तुसीं दर्शन करो तो 17 रागां ये रागी ਸਿੰਘਾਂ वास्ते है कि भाई इनू पहले सुरताल विच गाउण दी हुक्म है उन्होंने, कि इनू पहले सुरताल विच, घर पहला, इनू पहले सुरताल विच गाउणा है। तो जिहड़े पुरातन रागी ਸਿੰਘ हुंदे सन ना, वो कान च कह दिंदे सन जोड़ी वाले नू, असीं तबले वाला नहीं कहना, जोड़ी वाले नू कह दिंदे सी ये दूजे घर दा शब्द। वो समझ जांदा सी कि इहदा सुरताल दा संबंध दूजे घर नाल या चौथे नाल या 5वें नाल। सो रो विचार गुरु महाराज ने इत्थों इस शब्द की आरंभता की। राग बिलावल, केड़ा राग है? बिलावल। तो घर पहला ये महाराज मोहर लगा रहे हैं कि गुरु नानक पातशाह वालों है। चौपदे 4 पदियां वाला घर पहला, ये 4 पदियां वाला शब्द है। रहाओ बंद वखरा है, इनू पहले घर च गाउणा है। तो शब्द का मैं पहला क्या है, मूल भाव, केंद्री भाव, सेंट्रल जो आइडिया है वो रहाओ की पंक्ति विच है। रहाओ का मतलब होंदा ठहर जाओ, रुक जाओ, इनू तवज्जो दवो। अगर इस शब्द की विचार नू समझना चाहते हो तो तुसी रहाओ नू थोड़ा जिहा स्ट्रैस करके, दिमाग ला जोर ला के इहदे उत्ते इस पंक्ति नू विचारो। ये फिर सारा ही जिहड़ा शब्द है इस दे आले दुआले ही चलता है। तो असी रहाओ दे बंद नू लैके महाराज कृपा करन। तेरे गुण गावा देह बुझाई, जैसे सच में रहो रजाई। गुरु नानक पातशाह की कह रहे हैं, हे परमात्मा, अखरी अर्थ करांगे तो सीधा यही बनेगा, तेरे गुण गावां, मैं तेरे गुण गांदा रवां। देह बुझाई, मनु ऐसी बूझ दे, ऐसी सोच दे
ਮੈਨੂੰ ਐਸੀ ਸਮਝ ਦੇ, ਮੈਨੂੰ ਐਸੀ ਥਾਟ ਦੇ ਜਿਹਦੇ ਨਾਲ ਮੈਂ ਤੇਰੇ ਗੁਣ ਗਾਵਾਂ। ਇਹ ਤੇ ਹੋ ਗਏ ਅਖਰੀ ਅਰਥ, ਬਈ ਮੈਂ ਤੇਰੇ ਗੁਣ ਗਾਵਾਂ। ਪਰ ਬੰਦਾ ਹੁਣ ਇਹ ਸੋਚੇ, ਪਹਿਲਾਂ ਤੇ ਇਹ ਸਮਝ ਲਈਏ ਗੁਣ ਗਾਵਾਂ ਕਿਵੇਂ। ਹੁਣ ਇਹਦਾ ਮਤਲਬ ਜਿਹੜਾ ਬੰਦੇ ਦੀ ਜ਼ਬਾਨ ਨਹੀਂ ਹੈ, ਗੂੰਗਾ ਹੈ, ਉਹ ਕਿਵੇਂ ਗੁਣ ਗਾਏਗਾ? ਤੇ ਜਾਂ ਅਸੀਂ 24 ਘੰਟੇ ਤੇ ਗੁਣ ਗਾ ਹੀ ਨਹੀਂ ਸਕਦੇ। ਇਹਦਾ ਮਤਲਬ ਮੇਰਾ ਗਲਾ ਠੀਕ ਨਹੀਂ, ਮੈਂ ਗੁਣ ਨਹੀਂ ਗਾ ਸਕਦਾ। ਨਹੀਂ, ਐਸੀ ਗੱਲ ਨਹੀਂ। ਇਹਨੂੰ ਸਮਝਣਾ ਪਏਗਾ ਕਿ ਗੁਣ ਗਾਣੇ ਕੀ ਨੇ। ਗੁਣ ਗਾਣ ਦਾ ਭਾਵ ਇੱਥੇ ਜੇ ਡੀਪਲੀ ਜਾਈਏ, ਇਹਦਾ ਮਤਲਬ ਹੁੰਦਾ ਉਹਦੀ ਰਜ਼ਾ ਵਿੱਚ ਰਹਿਣਾ। ਤੁਹਾਡੀ ਨੌਲੇਜ ਵਿੱਚ ਹੋਏਗਾ, ਹੁਣੇ ਅਸੀਂ ਪਾਠ ਵੀ ਕਰਕੇ ਆਏ ਹਾਂ, ਸੰਧਿਆ ਵੇਲੇ ਵੀ ਪਾਠ ਕਰਾਂਗੇ ਮਹਾਰਾਜ ਦੀ ਕਿਰਪਾ ਨਾਲ। ਦੇਖੋ, ਪਾਣੀ ਵੀ ਗਾ ਰਿਹਾ ਹੈ, ਅੱਗ ਵੀ ਗਾ ਰਹੀ ਹੈ, ਹਵਾ ਵੀ ਗਾ ਰਹੀ ਹੈ, ਚੰਦਰਮਾ ਵੀ ਗਾ ਰਿਹਾ ਹੈ, ਸੂਰਜ ਵੀ ਗਾ ਰਿਹਾ ਹੈ, ਸਾਰੇ ਗਾ ਰਹੇ ਨੇ। ਜਿੰਨੀ ਧਰਤੀ ਤੇ ਸਿੱਧ, ਜਿੰਨਾ ਕੁਝ। ਪਾਣੀ ਦੀ ਤੇ ਜ਼ੁਬਾਨ ਹੀ ਕੋਈ ਨਹੀਂ, ਉਹ ਕਿਵੇਂ ਗਾ ਰਹੀ ਹੈ? ਅੱਗ ਦੀ ਤੇ ਜ਼ੁਬਾਨ ਹੀ ਨਹੀਂ ਹੈ, ਅੱਗ ਕੋਈ ਬੋਲਦੀ ਹੈ? ਪਰ ਮਹਾਰਾਜ ਕਹਿ ਰਹੇ ਨੇ, ਕੇਤੇ ਪਵਨ ਪਾਣੀ ਬਹਿ ਸੰਤਰ, ਕੇਤੇ ਗਾਵਣ ਹਾਰੇ, ਤੇਰੇ ਗੁਣ ਗਾਵਾਂ ਦੇ ਬੁਝਾਈ। ਮਹਾਰਾਜ ਸਾਡੀ ਗੱਲ ਤੇ ਸਮਝ ਆ ਰਹੀ ਹੈ ਕਿ ਅਸੀਂ ਗੁਣ ਗਾ ਰਹੇ ਹਾਂ, ਤੇਰੇ ਗੁਣ ਗਾਣੇ ਨੇ, ਸਾਨੂੰ ਸੂਝਦੇ। ਪਰ ਮੈਂ ਜਦ ਵੇਖਣਾ ਹਵਾ ਵੀ ਗੁਣ ਗਾ ਰਹੀ ਹੈ ਤੇਰੇ, ਪਰ ਹਵਾ ਦਾ ਤੇ ਮੂੰਹ ਹੀ ਨਹੀਂ ਹੈਗਾ। ਕਦੀ ਹਵਾ ਕੋਲੋਂ ਆਵਾਜ਼ ਆਈ ਹੈ? ਕਦੀ? ਅੱਗ, ਧਰਤੀ, ਆਕਾਸ਼, ਪਤਾਲ, ਪਾਣੀ, ਸਾਰੇ ਤੇਰੇ ਗੁਣ ਗਾ ਰਹੇ ਨੇ। ਤੇ ਮਹਾਰਾਜ ਕੋਲੋਂ ਮੈਂ ਪੁੱਛਿਆ, ਮਹਾਰਾਜ ਦੱਸੋ ਫਿਰ ਇਹ ਕਿਉਂਕਿ ਇਹ ਗੁਣ ਗਾਣਾ ਫਿਰ ਕੀ, ਅਸੀਂ ਕੀ ਇਹਦੀ ਡੈਫੀਨੇਸ਼ਨ ਸਮਝਨੇ ਆ? ਗੁਣ ਗਾਣ ਨੂੰ ਕੀ ਸਮਝਨੇ ਆ? ਮਹਾਰਾਜ ਕਹਿੰਦੇ ਨੇ, ਭਲਿਆ ਗੁਣ ਗਾਉਣ ਦਾ ਮਤਲਬ ਹੁੰਦਾ ਉਹਦੀ ਰਜ਼ਾ ਦੇ ਵਿੱਚ ਰਹਿਣਾ। ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਗੁਰੂ ਦਾ ਕਹਿਣਾ ਮੰਨ ਕੇ ਚੱਲਦਾ ਹੈ, ਮੈਨੂੰ ਕਹਿਣ ਦੇਣਾ, ਉਹੀ ਗੁਣ ਗਾ ਰਿਹਾ ਹੈ। ਸੂਰਜ ਨੂੰ ਆਪਣੇ ਆਪ ਹੁਕਮ ਨਹੀਂ ਹੈ, ਉਹਨੂੰ ਜਦੋਂ ਸਮਾਂ ਲੱਗਣਾ ਹੈ, ਜਦੋਂ ਉਹਨੂੰ ਪਿੱਛੋਂ ਲਾਈਟ ਆਣੀ ਹੈ, ਉਹਨੇ ਉਸ ਰਜ਼ਾ ਦੇ ਵਿੱਚ ਹੀ ਸੂਰਜ ਦੀ ਟਿੱਕੀ ਫੁੱਟਣੀ ਹੈ। ਔਰ ਜਦੋਂ ਉਹਨੇ ਅਸਤ ਹੋਣਾ ਹੈ, ਉਹਨੇ ਉਹਦੀ ਰਜ਼ਾ ਵਿੱਚ। ਜਿਹੜਾ ਬੰਦਾ ਉਹਦੀ ਰਜ਼ਾ ਵਿੱਚ ਚੱਲਦਾ ਹੈ ਤੇ ਕੀ ਹੁੰਦਾ ਹੈ? ਉਹ ਗੁਣ ਗਾ ਰਿਹਾ ਹੈ। ਹੁਣ ਜੋ ਗੁਰੂ ਕਹਿ ਰਿਹਾ ਹੈ ਅਸੀਂ ਮੰਨ ਲਈਏ, ਅਸੀਂ ਵੀ ਰਜ਼ਾ ਵਿੱਚ। ਸਮਝ ਲਓ ਤੁਸੀਂ ਵੀ ਗੁਣ ਗਾ ਰਹੇ ਹੋ। ਹੁਣ ਇੱਕ ਗੂੰਗਾ ਕਿਵੇਂ ਬੋਲ ਸਕਦਾ ਹੈ? ਪਰ ਉਹ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਆਪਣੇ ਕਰਮ ਕਰ ਰਿਹਾ ਹੈ, ਉਹ ਵੀ ਗੁਣ ਗਾ ਰਿਹਾ ਹੈ। ਹੁਣ ਮਹਾਰਾਜ ਨੇ ਸਾਰਾ ਹੀ ਖੁਲਾਸਾ ਕੀਤਾ ਹੈ। ਅੱਗ ਹੈ, ਉਹ ਵੀ ਉਹਦੀ ਰਜ਼ਾ ਵਿੱਚ। ਇੱਕ ਅੱਗ ਘਰ ਦੀ ਹੈ, ਜਿਹਦੇ ਨਾਲ ਸਾਨੂੰ ਪਾਕਸਾਲ, ਜਿਹਦੇ ਉੱਤੇ ਸਾਨੂੰ ਸਾਰੀ ਅਸੀਂ ਖਾਣ ਪੀਣ ਦੀ ਅੱਗ ਸਾਨੂੰ ਕੰਮ ਆਉਂਦੀ ਹੈ, ਰਜ਼ਾ ਵਿੱਚ ਹੈ। ਇੱਕ ਐਸੀ ਵੀ ਅੱਗ ਹੁੰਦੀ ਹੈ ਜਿਹੜੀ ਜੰਗਲ ਦੇ ਜੰਗਲ ਸਾੜ ਦਿੰਦੀ ਹੈ, ਪਰ ਉਹ ਸਭ ਰਜ਼ਾ ਦੇ ਵਿੱਚ ਨੇ। ਫਰੀਦ ਸਾਹਿਬ ਜਾ ਰਹੇ ਸਨ ਨਾ ਕਿੱਥੇ, ਤੇ ਜਾਂਦੇ ਜਾਂਦੇ ਵੇਖਿਆ ਹੜ੍ਹ ਆ ਗਿਆ। ਬੜਾ ਜ਼ਬਰਦਸਤ ਹੜ੍ਹ ਸੀ, ਸਾਰੇ ਘਰ-ਬਾਰ ਤਬਾਹ ਕਰ ਦਿੱਤੇ ਉਸਨੇ, ਜਾਨਾਂ ਲੈ ਲਈਆਂ ਪਾਣੀ ਨੇ। ਤੇ ਫਰੀਦ ਸਾਹਿਬ ਰੁਕ ਗਏ, ਕਹਿਣ ਲੱਗੇ, ਹੇ ਨਦੀ, ਤੈਨੂੰ ਇੰਨਾ ਨਹੀਂ ਪਤਾ ਤੂੰ ਕਿੰਨਿਆਂ ਦੀ ਜਾਨਾਂ ਲੈ ਲਈਆਂ ਨੇ, ਕਿੰਨਿਆਂ ਦਾ ਤੂੰ ਨੁਕਸਾਨ ਕਰ ਰਹੀ ਹੈ। ਸਿਮਰਨ ਸੀ, ਰੁਕ ਗਈ ਨਦੀ, ਕਿਉਂਕਿ ਭਗਤ ਲੋਕ ਕੁਦਰਤ ਨਾਲ ਵੀ ਗੱਲਾਂ ਕਰ ਲੈਂਦੇ ਨੇ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਫਰੀਦ ਸਾਹਿਬ ਨੇ ਹੜ੍ਹ ਦੇ ਨਾਲ ਗੱਲ ਕਰ ਲਈ, ਪਾਣੀ ਦੇ ਨਾਲ ਗੱਲ ਕਰ ਲਈ। ਇਹ ਪਾਣੀ ਤੂੰ ਕਿਉਂ ਢਾਈ ਜਾ ਰਿਹਾ? ਕੰਦੀ ਵਹਿਨ ਨਾ ਢਾਏ ਤੋ ਪੀ ਲੇਖਾ ਦੇਵਣਾ। ਇਹ ਨਦੀ, ਇਹ ਵਹਿਣ, ਤੂੰ ਕਿੰਨੇ ਹੀ ਘਰ ਢਾ ਦਿੱਤੇ ਨੇ, ਕਿੰਨੇ ਮੰਦਰ ਢਾ ਦਿੱਤੇ ਨੇ, ਕਿੰਨੇ ਲੋਕਾਂ ਦੀ ਤੂੰ ਜਾਨ ਲੈ ਲਈ ਏ, ਤੈਨੂੰ ਵੀ ਲੇਖਾ ਦੇਣਾ ਪੈਣਾ ਹੈ। ਇਹ ਕਹਿ ਕੇ ਨਿਕਲ ਗਏ। ਜਦ ਅੱਗੇ ਗਏ ਤੇ ਸਿਮਰਨ ਵਿੱਚ ਮਨ ਨਾ ਜੁੜਿਆ। ਹੁਣ ਜਿਹੜੇ ਸਿਆਣੇ ਭਗਤ, ਚੰਗੇ ਭਗਤ, ਗੁਰਮੁਖ ਭਗਤ ਹੁੰਦੇ ਨੇ ਨਾ,
ਉਹ ਸਮਝ ਜਾਂਦੇ ਨੇ ਹੁਣ ਸਿਮਰਨ 'ਚ ਮਨ ਨਹੀਂ ਜੁੜ ਰਿਹਾ ਤੇ ਕਿੱਥੇ ਮੇਰੇ ਕੋਲੋਂ ਭੁੱਲ ਹੋਈ ਹੈ। ਫਿਰ ਉਹਨੇ ਸਮਝ ਗਏ, ਆਪਣੀ ਭੁੱਲ ਵੀ ਸਮਝ ਜਾਂਦੇ ਨੇ। ਫਿਰ ਉਹਨਾਂ ਨੇ ਹੜ ਨੂੰ ਵੇਖ ਕੇ ਮਾਫੀ ਮੰਗੀ ਹੜ ਕੋਲੋਂ, ਕਹਿਣ ਲੱਗੇ ਨਦੀ ਮੈਂ ਤੇਰੇ ਕੋਲ ਮਾਫੀ ਮੰਗ ਰਹੀ ਹਾਂ। ਅਰੇ ਤੂੰ ਕੋਈ ਆਪਣੀ ਮੌਜ ਨਾਲ ਥੋੜਾ ਚੱਲ ਰਹੀ ਹੈ, ਤੂੰ ਤੇ ਪਰਮਾਤਮਾ ਦੇ ਹੁਕਮ ਵਿੱਚ ਸੀ। ਹੜ ਤਾਂ ਹੈ ਕਿ ਪਰਮਾਤਮਾ ਦਾ ਹੁਕਮ ਹੋਇਆ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਫਿਰ ਉਹ ਸ਼ਬਦ ਸੀ ਕੰਦੀ ਵੈਨ ਨਾ ਢਾਏ ਤੋਬੀ ਲੇਖਾ ਦੇਵਣਾ। ਫਿਰ ਕਹਿੰਦੇ ਨੇ ਜਿੱਧਰ ਰੱਬ ਰਜ਼ਾਏ ਤਦਾਉ ਗੋ ਕਰੇ। ਕਹਿੰਦੇ ਜਿੱਧਰ ਤੇਰੀ ਰਜ਼ਾ ਹੈ ਤੂੰ ਚੱਲ ਭਾਈ। ਮੈਂ ਨਦੀ ਤੇਰੇ ਕੋਲੋਂ ਮਾਫੀ ਮੰਗ ਰਿਹਾ। ਫਰੀਦ ਸਾਹਿਬ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਏ, ਤੂੰ ਆਪਣੀ ਮੌਜ ਨਾਲ ਜਿੱਧਰ ਮਰਜ਼ੀ ਚੱਲ, ਕਿਉਂਕਿ ਤੂੰ ਪਰਮਾਤਮਾ ਦੀ ਮੌਜ ਦੇ ਵਿੱਚ ਚੱਲ ਰਹੀ ਹੈ। ਨਦੀਆਂ ਵੀ ਗਾ ਰਹੀਆਂ ਨੇ, ਦੇਖੋ ਕੌਣ ਨਹੀਂ ਗਾ ਰਿਹਾ। ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਣ ਮਹੇਸ਼, ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇ ਕੇਤੀਆਂ। ਕਿੰਨਾ ਕੁ ਕਿੰਨੇ ਗਾ ਰਹੇ ਨੇ। ਕੇਤੇ ਗਾਵਣ ਤੁਤਨੋ ਪਵਨ ਪਾਣੀ ਬੈਸੰਤਰ, ਕੇਤੇ ਕਾਣ ਮਹੇਸ਼। ਕਿੰਨਾ ਕੌਣ ਨਹੀਂ ਗਾ ਰਿਹਾ ਉਸ ਨੂੰ। ਤਾਂ ਮਹਾਰਾਜ ਕਹਿੰਦੇ ਨੇ ਮੈਨੂੰ ਐਸੀ ਇੱਕ ਸੋਝੀ ਦਵੋ ਕਿ ਮੈਂ ਗੁਣ ਗਾਣ ਦਾ ਮਤਲਬ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਨਾ, ਮੈਂ ਉਸ ਤਰ੍ਹਾਂ ਚੱਲਾਂ। ਇਹ ਗੁਣ ਗਾਣੇ ਨੇ। ਜੇ ਰੱਬ ਨੇ, ਬਾਬਾ ਜੀ ਨੇ ਸਾਨੂੰ ਕਿਹਾ ਨਾ ਅੰਮ੍ਰਿਤ ਵੇਲੇ ਜਾਗੋ, ਤੇ ਜਾਗਣਾ ਹੈ। ਜੇ ਉਹਨਾਂ ਨੇ ਕਿਹਾ ਨਿਤਨੇਮ ਕਰੋ, ਕਰਨਾ ਹੈ। ਫਿਰ ਕਿੰਤੂ ਪਰੰਤੂ ਨਹੀਂ। ਇਹਨੂੰ ਕਹਿੰਦੇ ਨੇ ਗੁਣ ਗਾਉਣਾ। ਇਹ ਨਹੀਂ ਕਿ ਮੈਂ ਸ਼ਬਦ ਗਾ ਕੇ ਹੀ ਗਾਣੇ ਨੇ। ਜੇ ਬਾਬਾ ਜੀ ਨੇ ਕਿਹਾ ਕਿਸੇ ਦਾ ਬੁਰਾ ਨਹੀਂ ਕਰਨਾ, ਨਹੀਂ ਕਰ ਰਹੇ, ਸਮਝ ਲਓ ਉਹਦੇ ਗੁਣ ਗਾ ਰਹੇ ਆ। ਜੇ ਕਿਸੇ ਦਾ ਬਾਬਾ ਜੀ ਨੇ ਕਿਹਾ ਦਿਲ ਨਹੀਂ ਦੁਖਾਣਾ, ਨਹੀਂ ਦੁਖਾ ਰਹੇ, ਚੰਗੇ ਕਰਮ ਕਰ ਰਹੇ ਹੋ, ਗਾ ਰਹੇ ਹੋ। ਕਿਸੇ ਦਾ ਹੱਕ ਨਹੀਂ ਮਾਰ ਰਹੇ, ਬਾਬਾ ਜੀ ਨੇ ਕਿਹਾ ਅਸੀਂ ਨਹੀਂ ਮਾਰ ਰਹੇ, ਉਹਦੇ ਗੁਣ ਗਾ ਰਹੇ ਆ। ਕਿਸੇ ਨਾਲ ਵੈਰ ਨਹੀਂ ਹੈ, ਗੁਣ ਗਾ ਰਹੇ ਆ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਕਿ ਹੇ ਪਰਮਾਤਮਾ, ਉਸ ਪਰਮਾਤਮਾ ਨੂੰ ਗਾਣਾ ਹੀ ਤੇ ਇਸ ਤਰ੍ਹਾਂ ਗਾ, ਉਹਦੀ ਰਜ਼ਾ ਦੇ ਵਿੱਚ ਰਹਿ ਕੇ। ਤੇਰੇ ਗੁਣ ਗਾਵਾਂ ਦੇਹ 부ਝਾਈ। ਹੇ ਪਰਮਾਤਮਾ, ਮੈਨੂੰ ਤੂੰ ਐਸੇ ਬੋਲ ਦੇ ਕਿ ਮੈਂ ਤੇਰੀ ਗੁਣ ਗਾ ਸਕਾਂ, ਮੈਨੂੰ ਐਸਾ ਸੋਝੀ ਦੇ। ਬਸ ਜਿਸ ਦਿਨ ਸਾਨੂੰ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕਰਤੀ ਨਾ, ਤੇ ਸਾਨੂੰ ਆਪਣੇ ਆਪ ਵਿੱਚ ਲੱਗੇਗਾ ਮੈਂ ਤੇ 24 ਘੰਟੇ ਹੀ ਗੁਣ ਗਾ ਰਿਹਾ ਉਹਦੇ, ਕਿਉਂਕਿ ਫਿਰ ਭੈ ਨਹੀਂ ਰਹੇਗਾ। ਤਾਂ ਮਹਾਰਾਜ ਕਹਿੰਦੇ ਨੇ ਕਿਉਂ? ਕਿਉਂਕਿ ਜਿਹੜੀ ਬੋਲੀ ਪਰਮਾਤਮਾ ਦੀ ਹੈ ਉਹ ਅਸੀਂ ਬੋਲਣੀ ਹੈ, ਜਿਹੜੀ ਪਰਮਾਤਮਾ ਦੀ ਨਹੀਂ ਹੈ ਉਹ ਨਹੀਂ ਬੋਲਣੀ। ਤਾਂ ਮਹਾਰਾਜ ਕਹਿੰਦੇ ਨੇ ਜੈਸੇ ਸੱਚ ਮੇ ਰਹੋ ਰਜਾਈ ਰਹਾਓ। ਕਹਿੰਦੇ ਨੇ ਮੈਂ ਜਿਸ ਤਰ੍ਹਾਂ ਸੱਚ ਦੇ ਵਿੱਚ, ਉਹਦੀ ਰਜ਼ਾ ਵਾਲੇ ਪਰਮਾਤਮਾ ਦੇ ਵਿੱਚ ਸਮਾ ਜਾਵਾਂ। ਦੇਖੋ ਮੈਂ ਕਿਸੇ ਵਿੱਚ ਤਾਂ ਹੀ ਸਮਾਵਾਂਗਾ ਕਿ ਉਹਦੇ ਗੁਣ ਅਡਾਪਟ ਕਰਾਂਗਾ। ਜੇ ਮੈਨੂੰ ਪਰਮਾਤਮਾ ਦੇ ਜਿਹੜੇ ਮੈਂ 8 ਗੁਣ ਪਹਿਲਾਂ ਅਸੀਂ ਵਿਚਾਰੇ ਨੇ, ਅਸੀਂ ਉਹ ਰੂਪ ਧਾਰ ਲਈਏ ਤੇ ਅਸੀਂ ਪਰਮਾਤਮਾ ਵਿੱਚ ਸਮਾ ਗਏ। ਹੁਣ ਜਿੰਨੇ ਅਸੀਂ ਦੁਨਿਆਵੀ ਜੀਵ ਹਾਂ, ਇਹ ਉਹਦੇ ਵਿੱਚ ਸਮਾ ਨਹੀਂ ਪਾਉਂਦੇ, ਕਿਉਂਕਿ ਉਹਦੇ ਅਸੀਂ ਗੁਣ ਨਹੀਂ ਗਾ ਰਹੇ। ਤਾਂ ਗੁਰੂ ਸਾਹਿਬ ਕਹਿੰਦੇ ਨੇ ਹੇ ਪਰਮਾਤਮਾ, ਮੈਂ ਤੇਰੇ ਗੁਣ ਗਾਵਾਂ, ਮੈਨੂੰ ਐਸੀ ਸੋਝੀ ਦੇ ਦੇ। ਤਾਂ ਸ਼ਬਦ ਦੀ ਆਰੰਭਤਾ ਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਤੂੰ ਤੇ ਸੁਲਤਾਨ ਹੈ, ਕਹਾਂ ਹੋ ਮੀਆਂ, ਤੂੰ ਇੰਨਾ ਵੱਡਾ ਰਾਜਾ। ਦੇਖੋ ਕਈ ਵਾਰੀ ਕੀ ਹੁੰਦਾ ਹੈ, ਜੇ ਅਸੀਂ ਧਿਆਨ ਨਾਲ ਸੋਚੀਏ ਨਾ, ਪਹਿਲਾਂ ਛੋਟੇ ਬੰਦੇ ਹੁੰਦੇ ਨੇ, ਫਿਰ ਵਜ਼ੀਰ ਹੁੰਦੇ ਨੇ, ਫਿਰ ਰਾਣੇ ਹੁੰਦੇ ਨੇ, ਨਵਾਬ ਹੁੰਦੇ ਨੇ, ਫਿਰ ਰਾਜੇ ਹੁੰਦੇ ਨੇ, ਫਿਰ ਉਹਨਾਂ ਦੇ ਵਿੱਚ ਰਜਵਾੜੇ ਵੀ ਆਉਂਦੇ ਨੇ, ਫਿਰ ਮਹਾਰਾਜੇ ਹੁੰਦੇ ਨੇ, ਉਸ ਤੋਂ ਉੱਤੇ ਸੁਲਤਾਨ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਤੂੰ ਸੁਲਤਾਨ ਹੈ ਤੇ ਮੈਂ ਤੈਨੂੰ ਮੀਆਂ ਕਹਿ ਰਿਹਾ। ਮਤਲਬ ਕਿ ਇੱਕ ਬਹੁਤ ਵੱਡੇ ਬੰਦੇ ਨੂੰ ਮੀਆਂ, ਮੁਸਲਮਾਨਾਂ ਵਿੱਚ ਨਾ ਬਹੁਤ ਛੋਟੇ ਬੰਦੇ ਨੂੰ ਮੀਆਂ ਕਹਿੰਦੇ ਨੇ। ਕੋਈ ਬੰਦਾ ਬਹੁਤ ਛੋਟਾ ਉਹਨੂੰ ਕਹਿੰਦੇ ਮੀਆਂ ਜੀ। ਕਹਿੰਦੇ ਨੇ ਰੱਬ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ, ਤੂੰ ਇੰਨਾ ਵੱਡਾ ਸੁਲਤਾਨ ਹੈ
ਤੇ ਮੈਂ ਤੈਨੂੰ ਮੀਆਂ ਕਹਿ ਰਿਹਾ ਹਾਂ। ਭਾਵ ਕਿ ਇੰਨੀ ਸਿਫਤ ਮੈਂ ਨਹੀਂ ਕਰ ਪਾ ਰਿਹਾ, ਮੈਨੂੰ ਆਪਣੇ ਆਪ ਵਿੱਚ ਫੀਲ ਹੋ ਰਿਹਾ। ਮਹਾਰਾਜ ਕਹਿੰਦੇ ਨੇ ਕਿ ਤੁਸੀਂ ਇੰਨੇ ਵੱਡੇ ਕੀਤੇ ਕੋ ਮੇਰੇ ਸਮਾਣੇ, ਕਰਨਹਾਰ ਤ੍ਰਿਣ ਜਾਣੇ। ਜਿਨੇ ਪਰਮਾਤਮਾ ਨੇ ਕੀਤਾ ਜੋ ਸਭ ਕੁਝ, ਇੰਨਾ ਵੱਡਾ ਸਭ ਕੁਝ ਬਣਾਇਆ, ਉਹਨੂੰ ਤ੍ਰਿਣ ਕਰਕੇ ਅਸੀਂ ਜਾਣ ਰਹੇ ਹਾਂ, ਛੋਟਾ ਕਰਕੇ। ਤੇ ਜਿਨੇ ਪਰਮਾਤਮਾ ਨੇ ਇੰਨਾ ਵੱਡੇ ਨੂੰ ਅਸੀਂ ਕਿਸੇ ਵੱਡੇ ਬੰਦੇ ਨੂੰ ਛੋਟੀ ਗੱਲ ਕਹਿ ਦਈਏ, ਕੋਈ ਰਾਜੇ ਮਹਾਰਾਜੇ ਨੂੰ ਅਸੀਂ ਮੰਤਰੀ ਕਹਿ ਦਈਏ, ਸੇਵਕ ਕਹਿ ਦਈਏ, ਤੇ ਗੱਲ ਫਬਦੀ ਨਹੀਂ ਹੈ। ਗੁਰੂ ਸਾਹਿਬ ਇੱਥੇ ਇਹੀ ਕਹਿ ਰਹੇ ਨੇ, ਤੂੰ ਸੁਲਤਾਨ, हे ਪਰਮਾਤਮਾ, ਤੂੰ ਤੇ ਇੰਨਾ ਵੱਡਾ ਚੱਕਰਵਰਤੀ ਰਾਜੇ, ਇੰਨੀ ਵੱਡੀ, ਤੇ ਮੈਂ ਤੈਨੂੰ ਮੀਆਂ ਕਹਿ ਕੇ ਪੁਕਾਰ ਰਿਹਾ। ਤੇਰੀ ਕਮਨ ਵਡਾਈ, ਮੈਂ ਤੇਰੀ ਇਹਦੇ ਵਿੱਚ ਕੀ ਵਡਿਆਈ ਕਰ ਦਿੱਤੀ ਹੈ? ਤੂੰ ਇੰਨਾ ਵੱਡਾ ਹੈ ਤੇ ਮੈਂ ਤੇਰੀ ਵਡਿਆਈ ਮੈਂ ਕੀ ਕਵਾਂ? ਅੱਗੋਂ ਮਹਾਰਾਜ ਕਹਿੰਦੇ ਨੇ, ਜੋ ਤੂੰ ਦੇ ਸੋ ਕਹਾ ਸੁਆਮੀ। हे परमात्मा, तू जितना को बल देना है, जो तू दे सो कहा स्वामी, मैं वही कहना हूँ। ਹੁਣ ਦੇਖੋ ਤੁਸੀਂ ਕਈਆਂ ਨੇ ਨਾਮ ਬਿਠੁਲ ਰੱਖਿਆ, ਕਿਸੇ ਨੇ ਨਾਰਾਇਣ ਰੱਖਿਆ, ਕਿਸੇ ਨੇ ਗੋਪਾਲ ਰੱਖਿਆ। ਤੁਸੀਂ ਕੀ ਸਮਝਦੇ ਹੋ ਜਾਂ ਮੈਂ ਕੀ ਸਮਝਣਾ? ਅਸੀਂ ਮੁਕੰਮਲ ਵਾਹਿਗੁਰੂ ਨੂੰ ਅਸੀਂ ਉਹਦੀ ਵਡਿਆਈ ਕਰ ਦਿੱਤੀ? ਨਹੀਂ, ਇਹ ਨਾਮ ਵੀ ਛੋਟੇ ਪੈ ਜਾਣਗੇ। ਰੱਬ ਤੇ ਬਹੁਤ ਵੱਡਾ ਹੈ। ਸਤਿਗੁਰੂ ਤੇ ਮਹਾਰਾਜ ਕਹਿੰਦੇ ਨੇ ਉਹ ਬਹੁਤ ਵੱਡਾ ਹੈ। ਰੱਬ ਕਿੰਨਾ ਵੱਡਾ ਹੈ? ਮਹਾਰਾਜ ਕਹਿੰਦੇ ਨੇ, ਜਿਹਦਾ ਅਸੀਂ ਸਤਿਗੁਰ ਵੱਡਾ ਕਰ ਸਲਾਈਏ, ਜਿਸ ਵਿੱਚ ਵੱਡੀਆਂ ਵਡਿਆਈਆਂ, ਉਹ ਬਹੁਤ ਵੱਡਾ ਹੈ। ਅਸੀਂ ਉਹਦੀ ਕੀ ਸਲਾਹ ਕਰੀਏ? ਉਹ ਤੇ ਇਸ ਤਰ੍ਹਾਂ ਕਹਿ ਲਓ, ਸ਼ਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਕਰ ਹੁਕਮ ਮਸਤਕ ਹੱਥ ਕਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ, ਸਹਿ ਤੁਠੇ ਨੋ ਨਿਤ ਪਾਈਆਂ। ਤੂੰ ਤੇ ਬਹੁਤ ਵੱਡਾ ਹੈ, ਔਰ ਮੈਂ ਤੈਨੂੰ ਇੱਕ ਮੀਆਂ ਕਹਿ ਕੇ ਮੈਂ ਸਮਝਣਾ ਵਾਂ ਕਿ ਮੈਂ ਤੇਰੀ ਵਡਿਆਈ ਨਹੀਂ ਕਰ ਰਿਹਾ। ਅਸੀਂ ਜਿੰਨੀ ਮਰਜ਼ੀ ਵਡਿਆਈ ਕਰ ਲਈਏ, ਮੁਕੰਮਲ ਵਡਿਆਈ ਪਰਮਾਤਮਾ ਦੀ ਕੋਈ ਵੀ ਨਹੀਂ ਕਰ ਸਕਦਾ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਕਿ ਤੂੰ ਵੀ ਇਸ ਤਰ੍ਹਾਂ ਕਰ, ਜਿਤਨੀ ਤੇਰੇ ਕੋਲ ਵਡਿਆਈ ਹੋ ਸਕਦੀ ਹੈ, ਕਰ ਸਕਣਾ ਕਰ। ਤੋ ਇਸ ਕਰਕੇ ਗੁਰੂ ਸਾਹਿਬ ਅੱਗੇ ਕਹਿੰਦੇ ਨੇ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਮਨ ਵਡਾਈ, ਜੋ ਤੂੰ ਦੇ ਸੋ ਕਹਾ ਸੁਆਮੀ। ਜੋ ਜਿਵੇਂ ਤੂੰ ਕਹਿਣਾ ਹੈ, ਜਿਵੇਂ ਤੂੰ ਕਹਾਣਾ ਸਾਨੂੰ, ਮੈਂ ਉਵੇਂ ਤੇਰੀ ਵਡਿਆਈ ਕਰਨਾ ਵਾ। ਮੈਂ ਮੂਰਖ ਕਹਿਣ ਨਾ ਜਾਈ, ਮੈਂ ਅਣਜਾਣ ਮੂਰਖ ਗਵਾਰ ਹਾਂ, ਔਰ ਮੈਂ ਕੀ ਤੈਨੂੰ ਬਿਆਨ ਕਰ ਸਕਣਾ? ਮੈਂ ਤੈਨੂੰ ਬਿਆਨ ਨਹੀਂ ਕਰ ਸਕਦਾ, ਕਿਉਂਕਿ ਤੂੰ ਕਿੰਨਾ ਵੱਡਾ ਹੈ। ਮੈਨੂੰ ਤੂੰ ਸੂਝ ਦੇ ਦੇ ਕਿ ਮੈਂ ਤੇਰੇ ਗੁਣ ਗਾ ਸਕਾਂ, ਤੇਰੀ ਸਿਫਤ ਕਰ ਸਕਾਂ। ਦੇਖੋ ਇਹ ਉਹੀ ਹੈ, ਇੰਨੇ ਨਿਮਾਣਾਪਨ ਗੁਰੂ ਨਾਨਕ ਪਾਤਸ਼ਾਹ ਦਾ ਕਮਾਲ ਕਰਤੀ। ਗੁਰੂ ਸਾਹਿਬ ਨੇ ਕਹਿੰਦੇ ਨੇ, ਫਿਰ ਮਹਾਰਾਜ ਨੂੰ ਕਹਿੰਦੇ, ਜੋ ਕਿਛ ਹੋਆ ਸਭ ਕਿਛ ਤੁਝ ਤੇ ਤੇਰੀ ਸਭ ਸੁਨਾਈ। ਇਹ ਜੋ ਕੁਛ ਵੀ ਪਸਾਰਾ, ਜਿਤਨਾ ਕੁਛ ਅਸੀਂ ਦੇਖ ਰਹੇ ਹਾਂ, ਜਗਤ ਬਣਿਆ ਹੈ, ਸਭ ਕੁਝ ਇਹ ਤੇਰਾ ਹੀ ਤੇ ਬਣਿਆ ਹੈ। ਤੇ ਮਹਾਰਾਜ ਕਹਿੰਦੇ ਨੇ, ਸਭ ਤੇਰੀ ਅਸਨਾਈ, ਤੇਰੀ ਤੇ ਵਾਕਫੀਅਤ ਹੈ ਸਾਰੀ, ਤੇਰੀ ਵਡਿਆਈ ਹੈ ਇਹ ਸਾਰਾ ਕੁਝ। ਤੂੰ ਇਤਨਾ ਕੁਛ, ਤੈਨੂੰ ਸਭ ਕੁਝ ਪਤਾ ਹੈ। ਤੂੰ ਇਤਨੀ ਵੱਡੀ ਸ੍ਰਿਸ਼ਟੀ ਨੂੰ ਸਾਜ ਕੇ, ਜਗਤ ਨੂੰ ਸਾਜ ਕੇ, ਤੂੰ ਹਰ ਬੰਦੇ ਦੀ ਖਬਰ ਰੱਖੀ ਹੋਈ ਹੈ। ਮੈਂ ਹੁਣੇ ਵਿਚਾਰ ਕੀਤੇ, ਕਰਤਾ ਪੁਰਖ। ਦੇਖੋ ਮਾਂ ਜਿਹੜੀ ਹੁੰਦੀ ਹੈ ਨਾ, ਉਹਨੂੰ ਗਿਆਨ ਹੁੰਦਾ ਹੈ ਆਪਣੀ ਬੱਚੇ ਦਾ, ਕਿ ਬੱਚੇ ਦੇ ਅੰਦਰ ਕੀ ਚੱਲ ਰਿਹਾ ਹੈ। ਉਹ ਬੱਚੇ ਦੀ ਨਾ ਹਰ ਇੱਕ ਗੱਲ ਨੂੰ ਸਮਝਦੀ ਹੈ। ਤੇ ਰੱਬ ਵੀ ਨਾ ਸਾਡੀ ਹਰ ਗੱਲ ਨੂੰ ਜਾਣਦਾ ਹੈ। ਉਸ ਚੁੱਕੇ ਸਭ ਅਸਨਾਈ, ਉਹਨੂੰ ਸਾਡੇ ਬਾਰੇ ਸਭ ਕੁਝ ਪਤਾ ਹੈ। ਹਰ ਕਰਤਾ ਸਭ ਕੁਝ ਜਾਣਦਾ, ਉਹ ਸਾਰਾ ਕੁਝ ਜਾਣਦਾ ਵੇ ਕਿ ਸਾਨੂੰ ਕਿਸ ਟਾਈਮ ਕੀ ਲੋੜ ਹੈ, ਕਿਸ ਚੀਜ਼ ਦੀ ਅਸੀਂ ਮੰਗ ਹੈ, ਕੀ ਸਾਡੇ ਅੰਦਰ ਚੱਲ ਰਿਹਾ ਹੈ, ਕਿਉਂਕਿ ਉਹਨੂੰ ਸਾਡੇ ਬਾਰੇ ਗਿਆਨ ਹੈ ਅੰਦਰ ਦਾ। ਤਾਂ ਹੀ ਉਹਨੂੰ ਅੰਤਰਜਾਮੀ ਵੀ ਕਿਹਾ ਹੈ। ਪਰਮਾਤਮਾ ਇੱਕ ਐਸਾ ਹੈ
ਜਿਹਨੂੰ ਸਾਡੇ ਅੰਦਰ ਦੀ ਹਰ ਅਵਸਥਾ ਦਾ ਪਤਾ ਹੈ ਕਿ ਇਹ ਗੁਰਦੁਆਰੇ ਕਿਸ ਰੂਪ ਵਿੱਚ ਆ ਰਿਹਾ ਹੈ, ਇਸ ਸੰਸਾਰ ਵਿੱਚ ਕਿਵੇਂ ਵੇ, ਇਹਨੂੰ ਅੰਦਰ ਦੀ ਪੱਟੀ ਦਾ ਸਭ ਕੁਝ ਪਤਾ ਹੈ। ਕਿਤਨਾ ਪਿਆਰ ਹੈ, कितना इसनू लालच है, कितना मोह है, कितना क्रोध है, उन्होंने अंदर दी हर एक गल दा पता है। जाने बिरता सभा मन की, वो सारे दे मना दी गल जानता है कि वो की कर रहे, उन्होंने ज्ञान है। चूक तो महाराज कहते ने तेरी सब सुनाई, ये सब तेनू वाकफियत है, वाकफी है, तू जानता है कि कौन की कर रहा है। तो अगे मार कहते तेरा अंत न जाना मेरे साहिबा, साहिब हे परमात्मा मैं तेरा अंत नहीं पा सकता, मेरे साहिब मेरे मालक, मैं अंदले क्या चतराई, मैं ते अन्ना हाँ शरीर करके भी, भावें मेरिया अखां अन्नियां लगियां ने पर है मैं अन्ना ही हाँ, तो मन तो मेरिया वैसे ही अखां ते पट्टी बन्नी है, तो मेरी की चतराई सियाणप होनी है जे मैं तेरे अंत नूं पा सकना। देखो गुरु नानक पातशाह खंडा ब्रह्मंडा दे मालक होंदे हुए जे ये गल कर रहे ने, मैं कहना निमरता दा हद करती महाराज ने। इन्नी निमरता, अपने आप नूं इन्ना नीवा लै जाना, ये गुरु नानक दे हिस्से ही आया है। और जिहड़ा अपने आप नूं नीवा लै जांदा है ना, उस संसार में सब तो उच्चिया गिनाया जाता है। आपस को जो जाने नीचा, सौ गणिए सब ते ऊंचा। तो महाराज कहते हैं मैं अंदले क्या चतराई, क्या हो कथी, मैं तेरा की कथन करा। परमात्मा मैं तो एक सुल्तान नूं मियाँ कह रहा, मैं तेरी की वडियाई कर सकना। कथे कथ देखा, मैं बहुत कुछ देख लिया है, कथ कथ के भी देख लिया है, तेरियां वडियाइयां कर करके भी देख लिया है। कथना कथी ना आवे तोट, कथ कथ कथी कोटि कोट कोट, मेरे तो पहला मेरे तो बाद या हुण भी करोड़ा ही तेरा कथन कर करके चले गए कि वो कथन कर गए ने। मार कहते ने मैं अकथ ना कथना जाई, पर कोई भी अज उस परमात्मा नू अकथ नू कोई कथन नहीं कर सकता। असीं सिर्फ वडियाई कर सकने हैं। तुसीं कहो कि मैं परमात्मा का कथन कर दिता है, हुण जे मैं इत्थे 10 घंटे ला के 20 घंटे ला के 50 घंटे ला के उस परमात्मा की उस्तत कर रहे हैं, कि मैं कथन कर लिया उहदा? नहीं। परमात्मा कथन तो परे वे, वो अकथ है। अकथ तो भाव जिहदी कथा हो ही नहीं सकती, जिन्नी करोगे उन्नी बहुता कहिए बहुता होए, वो तो बहुत वड्डा हो ही जाएगा। दसो इन्ने इन्ने महापुरख आए, विचारवान आए, ऋषि मुनि सिद्ध, किन्नियां ने रब दे बारे लिखिया, उहदी मुकम्मल विचार हो गई? नहीं हुई। और करन कर भी रहे ने, कर चुके भी ने। कथना कथी ना आवे तोड़, कात कथ कथी कोटि कोट कोट, करोड़ा करोड़ा ही कर गए ने, कर भी रहे ने। मारे कहते करन गए भी अगे, पर वो अकथ है, वो बड़ा वड्डा समुंदर है। असी ओदी पूरी कथा नहीं कर सकते। असी तो समझो कि इतने वड्डे जल विचों एक बूंद दे ही दर्शन कर रहे हैं। परमात्मा बहुत बेअंत है। जिहड़ी चीज़ असी वेखी ही नहीं होएगी, उहदा असी कथन किवें कर दांगे? ये तो संसार वेख रहे हैं, पर जिहड़े आकाश विच ने, पतालां पताल विच ने, करोड़ां आकाश ने, जिहड़े असीं चीज़ वेखी नहीं, उहदा कथन किवें होएगा? दसो हो सकदा है? नहीं हो सकता। क्यों? क्योंकि वो कथ है। जिहड़ी चीज़ असीं वेखी नहीं, जे किसी कोल अरबां खरबां रुपया होवे ते गरीब आदमी ने जिन्हें 500 का नोट ना वेख्या होवे, उहदे वास्ते तो बहुत वड्डा है। परमात्मा क्या हो कथी, मैं की कथन करा? कथे कथ देखा, मैं कथ के देख भी लिया है, मैं अकथ ना कथना जाई, मैं कथन नहीं कर सकता। तो इस करके मारे कहते ने जो तुद भावे, जदों बंदे दी हार जाता है ना, कहता भाई मैं हम कुछ नहीं कर सकता,
फिर की कहता है, जो तुद भावे सोई आखां। महाराज कहते ने जो तेनों चंगा लगता ना, भावदा तेनों, तू उही आख, मैं आखांगा बस। जो तुद भावे सोई आखां, तिल तेरी वडियाई। मैं तेनों इस तरह आखदा हाँ, जे तेरी तिल रत्ती जिनी वडियाई करा ना, मैं समझांगा कि ये तेनों जो चंगा लगता है वो मेरे को करा लै। मैं नहीं कर सकता वडियाई तेरी, बहुत वड्डी तेरी वडियाई है। लास्ट मार कहते ने, एते कूकर हों बेगाना। कहते ने मैं तो एक कूकर हाँ। मैं कहना सानू कोई कुत्ता कह देना तो असी डंडा लैके वो पिछे पै जाएंगे। ये तो गुरु नानक पातशाह ही ने अपने आप को की कह रहे हैं, ये तो कूकर। कहते ने, हे परमात्मा मैं तेरे दर दा कूकर हाँ, हों बेगाना। ते मनु बेगाने कुत्ते ने ना जेड़े, वो मेरे पिछे पे ने। ये नहीं कि गुरु नानक पातशाह जी कोई ऐसा है, जे इतनी समर्था दे मालक होंदे हुए इस गल नूं कह रहे ने, ते असी किस खेत दी मूली हैं। सानू कोई कुत्ता कह दे तो असी लड़न नूं पैने। गुरु नानक पातशाह अपने आप नूं सद भी कहते ने, नीच भी कहते ने। उन्हें पढ़िया, नानक नीच कहे विचार। यही ते बाणी दी खासियत है, नवेकला ढंग है। गुरु नानक पातशाह ने कदी भी सिफत की परमात्मा वाल उंगल करके, ते कदों भी बुराई की औगण कढ़िया अपने वाल उंगल करके। कितनी वड्डी गल है। दुनिया के लोग अपने आप नूं वधिया ते सामने वाले नूं छोटा समझते हैं, ते गुरु नानक पातशाह कहते ने फिर वड्डी गल जदों कोई बाणी पढ़ेगा, महाराज कहते ने हम अवगुण भरे अपने आप नूं। जे मैं तुहानूं कहां तुसीं मन्नू कहो तू औगण वाला है, तो तुसीं गुस्सा कर जाओगे। पर जदों तुसीं बाणी पढ़ोगे तुहाडे उत्ते बाणी अपने आप ही टुक जाएगी। तो महाराज कहते ने, एते कूकर हों बेगाना, भौंका इस तन ताई। मैं ते एक बेगाना कुत्ता वां। जिस तरह मैं उस दिन भी गल की सी, कुत्ता किसी दूजे महल्ले विच जांदा है ते 5 7 10 कुत्ते उन्हें पै जाते हैं, पिछे पै जाते ना। वो फिर बड़ा छुपदा अपने आप को, पूछल नूं विच दबा लैंदा है, दंदियां कढ़ के मूँह थले कर लैंदा है, बचाव करदा अपना, क्योंकि बेगाना है। गुरु साहब मैं तुहाडे दर ते कुत्ता बन के आया वां। मैं अपने ते कह रहा, मैं कुत्ता बन के तुहाडे द्वारे आया। मेरे काम क्रोध लोभ अंकार दे बेगाने कुत्ते मेरे मगर पे ने, ते मैं की चाहुंदा वां, हे परमात्मा भगतहीन नानक जे होएगा। मारे कहते ने बेगाने कुत्ते ने ना सारे, ये मनु जीन नहीं दे रहे। ये हम कुकर तेरे दरबार भौंके आगे बदन पसार। मैं ते तेरे दर दा कुत्ता वां, जदों तू कहना मैं भौंक लैना वां। मनु भी एक तौफीक बख्श, मनु भी एक समर्था बख्शिश कर, मैं भी तेरे दर ते कुत्ता बन के भौंका। भाई नंद लाल सिंह जी होए ने ना, ते गुरु गोबिंद सिंह महाराज लंगर छकदे ते बह जांदे कोल। ते महाराज जदों लंगर छकदे ते महाराज एक बुरकी ना कुत्ता हुंदा सी उहनूं पा दिंदे सी, लै तू भी खा लै। इस तरह सिलसिला चलदा सी। एक बारी महाराज लंगर छक रहे ते वेख्या कि जिस तरह कुत्ता बैठदा ना उस तरह भाई नंद लाल जी बैठ गए। गुरु गोबिंद सिंह महाराज कहते ये की कीता नंद लाल जी, देखो निमरता, जो तुसी निमरता वाले ना रहोगे तो वो जी निमरता भी आ जाएगी। महाराज जिहड़ी टुक्कर उस कुत्ते नूं पांदे हो ना, अज मैं भी तुहाडे दर दा कुत्ता वां। मन्नू भी ठोक एक टुक्कर मन्नू भी पा दिओ। हम कुकर तेरे दरबार
मैं तेरे दरबार का कुत्ता वां, मैनू मेरे उत्ते किरपा कर, मैं ये टुकर मेरी झोली विच पा, मैं भी खाना चाहना। तो गुरु साहब कहते ने मनु भी ये 5 विकार 5 कुत्ते मेरे मगर लगे ने, ते मैं एक बेगाना कुत्ता बन के तेरे दर ते आया वां। भगतहीन नानक जे होएगा, मैं भगती तो सखना वां। भगतहीन, मेरी कोई भगती नहीं है। देखो कोई मेरे को भगती होए तो मैं उस भगती नूं तेरे अगे रख के बख्शिया जावां, पर मैं भगतीहीन, भगत तो हीन हाँ, भगती तो हीन हाँ। नानक जे होएगा, ये नानक पातशाह अपने आप तो कह रहे हैं कि वह भगती तो हीने ने नहीं। ये साडे वास्ते ते अपनी निमरता दी एक लिमिटेशन पार कर दी, हद बनना ही खत्म कर दिता। इन्ना नीवा होके चल रहे ने, कहते ने भगतहीन नानक जे होएगा, मैं भगती तो सखना वां। मैं तेरे दर ते आके अरदास कर रहा तां खसमे नाव ना जाई। पर मैं इन्नी गल जानना वां, जे मैं इन्हां औगणा तो भरिया होया वां, भगती मेरे विच नहीं है, ते तू मेरे ते किरपा कर, इहदे विच तेरी लाज है। भावें मैं तेरा नाम नहीं जप रहा, पर मनु लोग ते गुरसिख कहते हैं ना, गुरसिख, मनु गुरसिख कहते ना, ते पहला नाम तेरा आ रहा है, गुर आ रहा है। देखो किसी नूं ऐ नहीं कहा सिख गुरु, जिहड़ा भी कहते ने गुरसिख। ते जे मैं भगती तो सखना वां, पर फिर भी मैं तेरा गुरसिख हाँ ना, ते जे मैनू तू बख्शेगा नहीं, ते नाम तेरे दी लाज आएगी। गुर पहला आंदा है, सिख बाद चो आंदा है, गुर सिख। तो महाराज कहते ने मैं तेरे नाम वास्ते कि मेरे सिर ते मनु इस तरह है, ते मेरा खसम मेरे सिर ते वे ना, भावें मैं भगती नहीं कर रहा, कहना नहीं मन रहा गुरु दा है, पर है तो मैं गुरु तेरा सिख ही हाँ ना। बाणा तेरा पाया, दस्तार सजाई है, लोग मैनू गुरसिख कहते ने, ते जे गुरसिख कहते ने ते फिर की होएगा। महाराज कहते ने खसमे नाव ना जाई, तो खसम की यह शोभा फिर दूर नहीं होएगी। तो इस करके तुसी मेरे ते किरपा करो, मैं मनु अपने आए दी लाज रख लियो, ये तुहाडे नाम नू लाज आएगी। तो गुरु साहब ने इस शब्द दे विच इतना निमाणापन दसिया है, ते अज ये गल कही है कि मनु ओ सोझी बख्श कि मैं तेरे गुण गा सकां, मैं तेरी वडियाई कर सकां। मैं पहला कि गुण गाने ये ने उहदी रज़ा दे विच रहना। एक गूंगा किवें गुण गा सकदा है, जिहदी कोई आवाज़ अच्छी नहीं, वो किवें उहदे गुण गा सकदा है, किवें कीर्तन कर सकदा है। इहदा भाव नहीं कि जिहड़े कीर्तन कर रहे हैं वही गुण गाउंदे, नहीं। ते महाराज ने तो इत्थे कहा विसर नाही दातार अपना नाम दिओ, गुण गावां दिन रात। हुण राती किहड़ा कोई गुण गाएगा, पर राती तो वही गाएगा ना जिहड़े दिन वकत उहदी रज़ा दे विच चलिया होएगा। तो असी उहदी रज़ा विच चलना ही उहदे गुण गाने ने। जिन्नी पानी धरती आकाश पताल जीव जंतु जितने भी ने, भावें अग है ते भावें पर्वत ने, सब उहदे गुण गा रहे ने। ते एक मनुख ही है जिहड़ा उहदे गुण नहीं गाउंदा, जिहदी बाबत गुरु नानक पातशाह ने अज कहा कि तेरे गुण गावां देह बुझाई। मैं तेरे गुण गावां, मनु ये तौफीक बख्श कि मैं तेरे सदा ही गुण गाते रवां। तो महाराज कृपा करन, असी अज ये समझण की कोशिश की है कि उहदी रज़ा दे विच रहना ही उहदे गुण गाने ने। तो जिहड़ा भी उहदी रज़ा विच रहेगा वो परमात्मा की खुशी प्राप्त करेगा। अज इतनी कुम दास की सेवा प्रवान कर लैनी। अगले हफ्ते जे महाराज ने स्वास बख्शे, अखीरला शब्द गुरु नानक पातशाह का ये मन मंदिर तन वेस कलंदर घट ही तीरथ नावा, असी उस शब्द के विचार गुरु बख्शी दे सदके जिवें बुलाएगा ज्यों बुलावे तो बोले स्वामी कुदरत कमन हमारी, साध संग नानक जस गायो जो प्रभ की अत प्यारी। असी उहदे गुणां नूं गाउण दा यतन करांगे। मेरी इस बेनती नूं प्रवान कर लेना। भुल्लां मेरे पासों नेकां ही होईयां ने, ये मेरियां ने भुल्लां,
ਪਰ ਬਚਨ ਜਿਹੜੇ ਨੇ ਗੁਰੂ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਨੇ, ਹਿਰਦੇ ਵਿੱਚ ਵਸਾ ਕੇ ਜੀਵਨ ਨੂੰ ਸਫਲਾ ਕਰੋ ਔਰ ਸਦਾ ਹੀ ਉਹਦੇ ਗੁਣ ਗਾਉਂਦੇ ਰਹੋ। ਇਹੀ ਅਰਦਾਸ ਮੇਰੀ ਤੇ ਆਪਣੀ ਕਰੋ ਕਿ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹੀ ਚਾਹ ਹੈ ਕਿ ਅਸੀਂ ਤੇਰੇ ਗੁਣ ਗਾਉਂਦੇ ਰਹੀਏ, ਗਾਉਂਦੇ ਰਹੀਏ, ਗਾਉਂਦੇ ਰਹੀਏ। ਮੇਰੀ ਸੇਵਾ ਪ੍ਰਵਾਨ ਕਰ ਲੈਣੀ। ਸਾਰੀਆਂ ਸੰਗਤਾਂ ਦਾ ਧੰਨਵਾਦ।